नमस्कार साथियों, ਤੁਸੀਂ देख रहे हो सह स्टडी यूट्यूब चैनल ਤੇ मैं ਤੁਹਾਡਾ अपना गुरचरण ਸਿੰਘ। ਰੀਟ ਮੇਨ एग्जाम ਦੇ ਅੰਦਰ ਪੰਜਾਬੀ ਇਮਤਿਹਾਨ ਦੇ ਲਈ ਆਪਾਂ ਲਗਾਤਾਰ ਕਲਾਸਾਂ ਦੇਖ ਰਹੇ ਹਾਂ। ਆਪਣੇ ਸਾਹਿਤ ਰੂਪ ਚੱਲ ਰਹੇ ਸੀ, ਉਸ ਦੇ ਅੰਦਰ ਆਪਣੇ ਕੋਲੇ ਅੱਜ ਦਾ ਜਿਹੜਾ ਟੌਪਿਕ ਰਹਿਣ ਵਾਲਾ ਹੈ ਉਹ ਹੈ ਗੀਤ। ਤੁਹਾਡੇ ਸਿਲੇਬਸ ਦੇ ਅੰਦਰ ਜੋ ਸਾਹਿਤ ਰੂਪ ਦੇ ਟੌਪਿਕ ਦੇ ਰੱਖੇ ਨੇ ਉਹਨਾਂ ਦੇ ਅੰਦਰ ਜੋ ਗੀਤ ਹੈ ਇਸ ਦੇ ਅੰਦਰ ਸਿਰਫ ਆਪ ਨੂੰ ਗੀਤ ਦਾ ਅਰਥ परिभाषा ਤੇ ਇਸ ਦੇ ਤੱਤਾਂ ਬਾਰੇ ਪੁੱਛਿਆ ਜਾ ਸਕਦਾ ਹੈ। ਤੇ ਇਹ ਜੋ ਸਿਲੇਬਸ ਦੇ ਅੰਦਰ ਆਪ ਦਾ ਸਾਹਿਤ ਰੂਪ ਜੋੜਿਆ ਗਿਆ ਹੈ ਇਹ ਆਪ ਦੇ ਜਿਹੜੀਆਂ ਸਿਲੇਬਸ ਦੇ ਅੰਦਰ ਦਸੀਆਂ ਹੋਈਆਂ ਬੁੱਕਾਂ ਨੇ ਉਹਨਾਂ ਦੇ ਅੰਦਰੋਂ ਹੀ ਇੱਕ ਆਥੈਂਟਿਕ ਬੁੱਕ ਆਪਾਂ ਕਹਿ ਸਕਦੇ ਹਾਂ, ਕਿਉਂਕਿ ਬੋਰਡ ਦੇ ਦੁਆਰਾ ਜਦੋਂ ਕੋਈ ਬੁੱਕ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਹੀ ਦਰਜਾ ਦਿੱਤਾ ਜਾਂਦਾ ਹੈ। ਤਾਂ ਜਿਹੜੀ 12ਵੀਂ ਜਮਾਤ ਦੀ ਜਿਹੜੀ ਪੰਜਾਬੀ ਦੀ ਪੁਸਤਕ ਹੈ ਉਸ ਦੇ ਅੰਦਰ ਇਹ ਟੌਪਿਕ ਦਿੱਤਾ ਹੋਇਆ ਜਿੱਥੋਂ ਮੈਂ ਆਪ ਨੂੰ ਅੱਜ ਕਰਵਾ ਰਿਹਾ ਹਾਂ ਤੇ ਇਸ ਨਜ਼ਰੀਏ ਨਾਲ ਕਰਵਾਵਾਂਗਾ ਕਿ ਇਸ ਦੇ ਅੰਦਰੋਂ ਕਿਹੜੇ ਉਹ ਪ੍ਰਸ਼ਨ ਨੇ ਜਿਹੜੇ ਇਸ ਆਪਣੇ ਇਮਤਿਹਾਨ ਦੇ ਅੰਦਰ ਪੁੱਛੇ ਜਾ ਸਕਦੇ ਨੇ, ਜਾਂ ਫਿਰ ਇਉਂ ਕਹੀਏ ਕਿ ਸੰਭਾਵਨਾ ਹੋ ਸਕਦੀ ਹੈ ਕਿ ਇਹਨਾਂ ਲਾਈਨਾਂ ਦੇ ਅੰਦਰੋਂ ਇਹਨਾਂ ਟੌਪਿਕਾਂ ਦੇ ਅੰਦਰੋਂ ਕੋਈ ਪ੍ਰਸ਼ਨ ਆਪਣੇ ਮੇਨ ਐਗਜ਼ਾਮ ਰੀਟ ਪੰਜਾਬੀ ਦੇ ਅੰਦਰ ਆ ਜਾਏ। ਤਾਂ ਇਸ ਤੋਂ ਪਹਿਲੇ ਕਿ ਅੱਜ ਦੇ ਆਪਾਂ ਇਸ ਟੌਪਿਕ 'ਤੇ ਚਰਚਾ ਕਰੀਏ, ਇਸ ਦੇ ਬਾਰੇ ਇੰਪੋਰਟੈਂਟ ਪ੍ਰਸ਼ਨ ਦੇਖੀਏ। ਜਿਹੜੇ ਮੇਰੇ ਸਾਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ। ਆਪਣੇ ਫਰੈਂਡਸ ਕੋਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਾਥੀ ਇਸ ਚੈਨਲ 'ਤੇ ਆਉਣਗੇ ਤਾਂ ਆਪ ਸਭ ਦੇ ਲਈ ਇੱਕ ਬਹੁਤ ਵਧੀਆ ਮਾਹੌਲ ਬਣੇਗਾ ਕਿ ਅਸੀਂ ਵੀ ਆਪਣੀ ਵਧੇਰੇ ਕੋਸ਼ਿਸ਼ ਕਰਦੇ ਹੋਏ ਹੋਰ ਆਬਜੈਕਟਿਵ ਟਾਈਪ ਕੁਐਸਚਨ, ਇੰਪੋਰਟੈਂਟ ਕੁਐਸਚਨ ਜਾਂ ਫਿਰ ਇੱਦਾਂ ਦੀਆਂ ਹੋਰ ਕੁਇਜ਼ਾਂ ਚਲਾ ਕੇ ਆਪ ਦੀ ਜਿਹੜੀ ਪ੍ਰੈਕਟਿਸ ਹੈ ਉਸ ਨੂੰ ਹੋਰ ਅੱਗੇ ਵਧਾ ਸਕੀਏ। ਸੋ ਅੱਜ ਆਪਾਂ ਗੱਲ ਕਰਨੀ ਹੈ ਆਪਣੇ ਸਾਹਿਤ ਵਿਧਾ ਦੇ ਅੰਦਰ ਪੁੱਛੇ ਗਏ ਇੱਕ ਟੌਪਿਕ ਦੀ, ਗੀਤ ਦੇ ਬਾਰੇ। ਤੁਸੀਂ ਇਸ ਤੋਂ ਪਹਿਲੇ ਵਾਰ, ਕਿੱਸਾ, ਕਵਿਤਾ ਇਹਨਾਂ ਦੇ ਬਾਰੇ ਦੇਖ ਕੇ ਆ ਚੁੱਕੇ ਹੋ। ਆਪਾਂ ਪਹਿਲੇ ਇਸ ਦਾ ਅਰਥ ਦੇਖਾਂਗੇ। ਗੀਤ ਅੰਤਰਮੁਖੀ ਕਵਿਤਾ ਦਾ ਪ੍ਰਧਾਨ ਅੰਗ ਹੈ। ਦੇਖੋ, ਇੱਕ ਕਵਿਤਾ ਦਾ ਪ੍ਰਧਾਨ ਅੰਗ ਅੰਤਰਮੁਖੀ, ਇੱਕ ਬਹਿਰਮੁਖੀ ਹੁੰਦਾ, ਇੱਕ ਅੰਤਰਮੁਖੀ ਹੁੰਦਾ। ਉਹਦੇ ਅੰਦਰੋਂ ਗੀਤ ਕੀ ਹੈ, ਕਵਿਤਾ ਦਾ ਅੰਤਰਮੁਖੀ ਇੱਕ ਅੰਗ ਦੇ ਤੌਰ 'ਤੇ ਕੰਮ ਕਰਦਾ ਹੈ। ਜਦੋਂ ਕਵੀ ਅੰਤਰਮੁਖੀ ਹੋ ਕੇ ਆਪਣੀ ਪ੍ਰੇਰਨਾ, ਨਿੱਜਤਾ, ਨਿੱਜੀ ਵਲਵਲਿਆਂ ਨੂੰ ਆਪਣੀ ਅਨੁਭੂਤੀ, ਵਿਚਾਰਾਂ ਅਤੇ ਭਾਵਾਂ ਨਾਲ ਜੋੜਦਾ ਹੈ ਤਾਂ ਉਹ ਗੀਤ ਦੀ ਸਿਰਜਣਾ ਕਰਦਾ ਹੈ। ਯਾਨੀ ਗੀਤ ਇੱਕ ਜਿਹੜਾ ਕਵੀ ਹੈ ਉਹ ਕਿਵੇਂ ਲਿਖਦਾ ਹੈ। ਸਭ ਤੋਂ ਪਹਿਲਾਂ ਤਾਂ ਇਹਦਾ ਜ਼ਰੂਰੀ ਜਿਹੜਾ ਅੰਗ ਜਾਂ ਤੱਤ ਕਹਿ ਦਿੰਦੇ ਹਾਂ ਉਹ ਇਹ ਹੈ ਕਿ ਉਹ ਅੰਤਰਮੁਖੀ ਹੋ ਕੇ ਆਪਣੇ ਜਿਹੜੇ ਤਜਰਬੇ ਨੇ ਉਹਨਾਂ ਦੇ ਅੰਦਰੋਂ ਆਪਣੇ ਜਿਹੜੇ ਮਨ ਦੇ ਖਿਆਲ ਨੇ ਉਸ 'ਤੇ ਨਿੱਜੀ ਨੇ ਉਹਨਾਂ ਦੀ ਉਹ ਮਦਦ ਲੈਂਦਾ ਹੋਇਆ ਜਦੋਂ ਆਪਣੇ ਵਿਚਾਰਾਂ ਨਾਲ ਉਹਨਾਂ ਦੀ ਸਾਂਝ ਪੈਦਾ ਕਰਦਾ ਹੈ ਅਤੇ ਫਿਰ ਜੋ ਸਿਰਜਣਾ ਕਰਦਾ ਹੈ ਉਹ ਆਪਣੇ ਆਪ ਦੇ ਅੰਦਰ ਗੀਤ ਹੁੰਦਾ ਹੈ। ਇਸ ਤਰ੍ਹਾਂ ਗੀਤ ਦਾ ਸੰਬੰਧ ਸੰਗੀਤ ਨਾਲ ਵੀ ਜੁੜਦਾ ਹੈ। ਗੀਤ ਦੀ ਮੁੱਖ ਵਿਸ਼ੇਸ਼ਤਾ ਉਸ ਦੇ ਗਾਏ ਜਾਣ ਵਿੱਚ ਵੀ ਹੈ। ਇਹ ਹੀ ਅੱਗੋਂ ਉਸ ਵਿੱਚ ਸੰਗੀਤਾਤਮਕਤਾ ਦਾ ਗੁਣ ਪੈਦਾ ਕਰਦੀ ਹੈ। ਗੀਤ ਕਾਵਿ ਦਾ ਜਨਮ ਸੰਗੀਤ ਯੰਤਰ ਲਾਇਰ ਨਾਲ ਗਾਏ ਜਾਣ ਲਈ ਹੋਇਆ ਹੈ। ਇਸ ਪੂਰੀ ਜਿਹੜਾ ਆਪਾਂ ਪਹਿਰਾ ਪੜ੍ਹਿਆ ਇਹਦੇ ਅੰਦਰ ਆਪਣੇ ਇਮਤਿਹਾਨ ਦੇ ਅਨੁਸਾਰ ਇੰਪੋਰਟੈਂਟ ਗੱਲ ਕਰਨੀ ਹੈ ਤਾਂ ਤੁਸੀਂ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲੈਣਾ ਕਿ ਗੀਤ ਦਾ ਅਰਥ ਤੁਹਾਨੂੰ ਕਿਵੇਂ ਵੀ ਘੁਮਾ ਕੇ ਪੁੱਛਿਆ ਜਾ ਸਕਦਾ ਹੈ। ਹੋ ਸਕਦਾ ਹੈ ਗੀਤ ਦਾ ਅਰਥ ਦੇ ਕੇ ਤੁਹਾਨੂੰ ਪਹਿਚਾਣ ਕਰਨ ਦੇ ਲਈ ਕਹਿ ਦਿੱਤਾ ਜਾਏ ਕਿ ਇਹ ਜਿਹੜੀ ਸਾਹਿਤ ਵਿਧਾ ਹੈ ਕਿਹੜੀ ਹੈ, ਪਹਿਚਾਣੋ, ਜਾਂ ਇਹ ਕਹਿ ਦਿੱਤਾ ਜਾਏ ਕਿ ਗੀਤ ਸਾਹਿਤ ਵਿਧਾ ਲਈ ਢੁਕਵਾਂ ਵਿਕਲਪ ਹੋਵੇਗਾ ਤਾਂ ਉਹਦੇ ਅੰਦਰ ਅਰਥ ਦੇ ਦੇਵੇ ਤੁਹਾਨੂੰ। ਇੱਕ ਗੀਤ ਦਾ ਦੇ ਦਿੱਤਾ, ਨਾਟਕ ਦਾ ਦੇ ਦਿੱਤਾ, ਨਾਵਲ ਦਾ ਦੇ ਦਿੱਤਾ ਤਾਂ ਤੁਹਾਨੂੰ ਪਹਿਚਾਣ ਕਰਨੀ ਹੋਏਗੀ। ਦੂਜਾ ਇੰਪੋਰਟੈਂਟ, ਇਸ ਨੂੰ ਬਿਲਕੁਲ ਤੁਸੀਂ ਮਿਸ ਨਹੀਂ ਕਰ ਸਕਦੇ, ਨੋਟ ਕਰ ਲੈਣਾ। ਆਪ ਦੇ ਇਸ ਪੰਕਤੀ ਦੇ ਅੰਦਰ ਆਇਆ ਹੈ ਕਿ ਗੀਤ ਕਾਵਿ ਦਾ ਜਨਮ ਸੰਗੀਤ ਯੰਤਰ ਲਾਇਰ ਨਾਲ ਗਾਏ ਜਾਣ ਲਈ ਹੋਇਆ। ਯਾਨੀ ਜਿਹੜਾ ਗੀਤ ਕਾਵਿ ਹੈ ਉਹਦਾ ਜਨਮ ਕਿਹੜੇ ਯੰਤਰ ਨਾਲ ਗਾਏ ਜਾਣ ਦੇ ਕਾਰਨ ਹੋਇਆ ਤਾਂ ਉਹ ਹੈ ਲਾਇਰ। ਇਸ ਨੂੰ ਨੋਟ ਕਰ ਲੈਣਾ ਆਪਣੀ ਨੋਟਬੁੱਕ ਦੇ ਉੱਪਰ। ਇੱਕ ਹੋਰ ਮੈਂ ਦੱਸਣਾ ਚਾਹਾਂਗਾ ਕਿ ਬਹੁਤ ਸਾਰੇ ਸਟੂਡੈਂਟ ਐਸੇ ਨੇ ਉਹ ਸਾਹਿਤਕ ਜਿਹੜੇ ਕਿਰਤਾਂ ਨੇ ਉਹਨਾਂ ਨੂੰ ਪੜ੍ਹ ਰਹੇ ਨੇ,
ਬਿਲਕੁਲ ਆਪਦੇ ਰੀਟ ਮੇਨ ਐਗਜ਼ਾਮ ਦੇ ਅੰਦਰ ਕੋਈ ਵੀ ਸਾਹਿਤਕ ਕਿਰਤ ਦੇ ਸਿਲੇਬਸ ਦੀ ਚਰਚਾ ਨਹੀਂ ਹੈ। ਸਿਰਫ ਸਾਹਿਤਕ ਵਿਧਾਵਾਂ ਜਿਹੜੇ ਰੂਪ ਨੇ, ਉਹ ਸਾਹਿਤਕ ਜਿਹੜੇ ਰੂਪ ਨੇ ਉਹਨਾਂ ਦੇ ਬਾਰੇ ਹੀ ਪੜ੍ਹਨਾ ਹੈ, ਨਾ ਕਿ ਅੱਗੇ ਕਿਰਤਾਂ ਪੜ੍ਹਨੀਆਂ ਨੇ। ਇਹ ਇੱਕ ਤਾਂ ਇਹ ਗੱਲ ਨੋਟ ਕਰ ਲੈਣਾ। ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਉਸ ਵੇਲੇ ਤੁਹਾਨੂੰ ਜੋ ਵੀ ਖਾਸ ਲੱਗਦਾ ਹੈ, ਨੋਟ ਕਰਨ ਯੋਗ ਹੈ, ਜਾਂ ਫਿਰ ਇੱਦਾਂ ਦਾ ਜਿਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਹਜੇ ਤੱਕ ਇਸ ਦੇ ਬਾਰੇ ਪੂਰਾ ਪਤਾ ਨਹੀਂ ਚੱਲ ਸਕਿਆ, ਉਸ ਨੂੰ ਆਪਣੀ ਬੁੱਕ ਦੇ ਅੰਦਰ ਅੰਡਰਲਾਈਨ ਕਰੋ। ਮੈਂ ਬੁੱਕ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ 12ਵੀਂ ਜਮਾਤ ਦੀ ਬੁੱਕ ਦੇ ਅੰਦਰੋਂ ਇਹ ਟੌਪਿਕ ਕਰਵਾ ਰਿਹਾ, ਤੇ ਉਸ ਬੁੱਕ ਦੇ ਅੰਦਰ ਚਾਹੇ ਅੰਡਰਲਾਈਨ ਕਰੋ, ਚਾਹੇ ਆਪਣੀ ਨੋਟਬੁੱਕ ਦੇ ਉੱਪਰ ਉਸ ਨੂੰ ਲਿਖ ਲਓ, ਤਾਂ ਕਿ ਉਸ ਦਾ ਦੁਬਾਰਾ ਰਿਵੀਜ਼ਨ ਹੋ ਸਕੇ। ਜਿੰਨੀ ਦੇਰ ਰਿਵੀਜ਼ਨ ਨਹੀਂ ਹੋਏਗਾ ਉਨੀ ਦੇਰ ਕੋਈ ਫਾਇਦਾ ਨਹੀਂ ਹੋ ਸਕੇਗਾ। ਤਾਂ ਰਿਵੀਜ਼ਨ ਜ਼ਰੂਰੀ ਹੈ। ਹੁਣ ਆਪਾਂ ਇਸ ਦੇ ਪਰਿਭਾਸ਼ਾ ਦੀ ਗੱਲ ਕਰਨੀ ਹੈ। ਜਿਹੜੀ ਇਹਦੀ ਪਰਿਭਾਸ਼ਾ ਹੈ ਨਾ, ਉਹ ਇੰਪੋਰਟੈਂਟ ਹੈ। ਵੈਸੇ ਤਾਂ ਕੋਈ ਜ਼ਿਆਦਾ ਪਰਿਭਾਸ਼ਾ ਆਪ ਨੂੰ ਦੇ ਨਹੀਂ ਰੱਖੀਆਂ, ਤੇ ਫਿਰ ਵੀ ਜਿਹੜੀ ਗੀਤ ਦੀਆਂ ਆਪ ਨੂੰ 2 ਪਰਿਭਾਸ਼ਾ ਦਿੱਤੀਆਂ ਨੇ, ਆਪਾਂ ਉਹਨਾਂ ਦੋਨਾਂ ਦੀ ਚਰਚਾ ਕਰਾਂਗੇ। ਇੱਕ ਤਾਂ ਦੇ ਰੱਖੀ ਹੈ ਹੈਗਲ ਦੀ, ਇੱਕ ਆਪਾਂ ਨੂੰ ਜੋ ਪਰਿਭਾਸ਼ਾ ਦੇ ਰੱਖੀ ਹੈ ਉਹ ਹੈਗਲ ਦੀ ਹੈ, ਤੇ ਜਿਹੜੀ ਦੂਸਰੀ ਦੇ ਰੱਖੀ ਹੈਗੀ ਉਹ ਹੈ ਰਵਿੰਦਰਨਾਥ ਟੈਗੋਰ ਜੀ ਦੀ। ਤਾਂ ਇਹਨਾਂ ਦੋਨਾਂ ਨੂੰ ਹੀ ਨੋਟ ਕਰਨਾ ਬਣਦਾ ਹੈ। ਪਹਿਲੇ ਆਪਾਂ ਰਵਿੰਦਰਨਾਥ ਟੈਗੋਰ ਜੀ ਗੀਤ ਦੇ ਬਾਰੇ ਕੀ ਕਹਿੰਦੇ ਆ। ਮਨ ਵਿੱਚ ਜਦੋਂ ਇੱਕ ਵੇਗ ਭਰੇ ਅਨੁਭਵ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਗੀਤ ਵਿੱਚ ਪ੍ਰਗਟਾਏ ਬਿਨਾਂ ਨਹੀਂ ਰਿਹਾ ਜਾਂਦਾ। ਹੁਣ ਜਦੋਂ ਸਾਡੇ ਮਨ ਦੇ ਅੰਦਰ ਕੋਈ ਇੱਕ ਤੇਜ਼ ਉਫਾਨ ਜਿਹਾ ਆਉਂਦਾ ਹੈ, ਤੇ ਉਸ ਦਾ ਜਦੋਂ ਆਪਾਂ ਕਿਰਤ ਦੇ ਰੂਪ ਦੇ ਅੰਦਰ, ਇੱਕ ਰਚਨਾ ਦੇ ਰੂਪ ਦੇ ਅੰਦਰ ਜਦੋਂ ਉਸ ਨੂੰ ਉਹ ਕਵੀ ਲਿਖਦਾ ਹੈ ਤਾਂ ਉਹ ਅਸਲ ਦੇ ਅੰਦਰ ਗੀਤ ਬਣਦਾ ਹੈ, ਤੇ ਉਸ ਨੂੰ ਫਿਰ ਉਹ ਪ੍ਰਗਟਾਉਂਦਾ ਹੈ, ਗੀਤ ਯਾਨੀ ਗਾਉਂਦਾ ਹੈ। ਇਹ ਕਹਿਣਾ ਹੈ ਰਵਿੰਦਰਨਾਥ ਟੈਗੋਰ ਦਾ। 2 ਹੀ ਪਰਿਭਾਸ਼ਾ ਨੇ ਗੀਤ ਦੇ ਬਾਰੇ, ਦੋਨੋਂ ਨੋਟ ਕਰ ਲੈਣਾ। ਸਿਲੇਬਸ ਦੇ ਅਕੋਰਡਿੰਗ ਦੱਸੀਆਂ ਹੋਈਆਂ ਕਿਤਾਬਾਂ ਦੇ ਅਨੁਸਾਰ ਅਗਰ ਪਰਿਭਾਸ਼ਾ ਪੁੱਛੇਗਾ ਗੀਤ ਦੇ ਬਾਰੇ ਤਾਂ ਇਹਨਾਂ ਦੇ ਅੰਦਰੋਂ ਬਣਦੀ ਹੈ। ਦੂਜਾ ਆ ਜਾਂਦਾ ਹੈਗਲ ਦਾ। ਉਹ ਕਹਿੰਦੇ ਨੇ ਕਿ ਗੀਤ ਵਿੱਚ ਕਵੀ ਬਾਹਰੀ ਤੱਤਾਂ ਨੂੰ ਆਪਣੇ ਵਿੱਚ ਸਮੇਟ ਕੇ ਉਹਨਾਂ ਨੂੰ ਸਵੈ ਦੇ ਰੰਗ ਵਿੱਚ ਰੰਗਦਾ ਤੇ ਫਿਰ ਕਾਵੀ ਰਚਨਾ ਕਰਦਾ ਹੈ। ਯਾਨੀ ਇਹ ਤੱਤ ਤਾਂ ਜ਼ਰੂਰ ਕਵੀ ਹੈ ਜਿਹੜਾ ਬਾਹਰੋਂ ਇਕੱਠੇ ਕਰ ਲੈਂਦਾ ਹੈ, ਪਰ ਉਹ ਆਪਣੇ ਮਨ ਦੇ ਅੰਦਰ ਉਹਨਾਂ ਨੂੰ ਸਮਾ ਕੇ ਤੇ ਫਿਰ ਉਸ ਦੇ ਵੇਗ ਦੇ ਅੰਦਰੋਂ ਇੱਕ ਐਸਾ ਰੰਗ ਪੈਦਾ ਕਰਦਾ ਹੈ ਕਿ ਉਹ ਇੱਕ ਐਸੀ ਕਾਵੀ ਰਚਨਾ ਬਣਦੀ ਹੈ ਜਿਹਨੂੰ ਆਪਾਂ ਗੀਤ ਕਹਿੰਦੇ ਹਾਂ। ਤਾਂ ਇਹ ਦੋਨੋਂ ਪਰਿਭਾਸ਼ਾਵਾਂ ਬਿਲਕੁਲ ਇੰਪੋਰਟੈਂਟ ਨੇ, ਤੁਸੀਂ ਮਿਸ ਨਹੀਂ ਕਰ ਸਕਦੇ। ਇਹਨਾਂ ਨੂੰ ਨੋਟ ਕਰ ਲੈਣਾ, ਆਪਣੀ ਨੋਟਬੁੱਕ ਦੇ ਉੱਪਰ ਲਿਖ ਲੈਣਾ, ਬਾਰ-ਬਾਰ ਰਿਵੀਜ਼ਨ ਕਰਨਾ, ਕਿਉਂਕਿ ਐਗਜ਼ਾਮ ਦੇ ਅੰਦਰ ਅਗਰ ਗੀਤ ਦੇ ਬਾਰੇ ਕੋਈ ਪਰਿਭਾਸ਼ਾ ਆਏਗੀ ਤਾਂ ਇਹਨਾਂ ਦੇ ਅੰਦਰੋਂ ਆ ਜਾਏਗੀ। ਹੁਣ ਅਗਲਾ ਜਿਹੜਾ ਟੌਪਿਕ ਆ ਜਾਏਗਾ ਆਪਣਾ ਗੀਤ ਦੇ ਬਾਰੇ, ਉਹ ਆ ਜਾਏਗਾ ਗੀਤ ਦੇ ਤੱਤ। ਤੱਤਾਂ ਦੇ ਅੰਦਰ ਸਿਰਫ ਆਪਾਂ ਨਾਮ ਤੇ ਮੈਂ ਇਹਨਾਂ ਦੇ ਬਾਰੇ ਦੱਸਦਾ ਜ਼ਰੂਰ ਜਾ ਰਿਹਾ, ਪਰ ਤੁਹਾਡੇ ਲਈ ਨਾਮ ਲਿਖਣੇ ਹੀ ਜਾਂ ਨੋਟ ਕਰਨਾ ਹੀ ਕਾਫੀ ਹੈ। ਇਹਨਾਂ ਦਾ ਅੱਗੇ ਕੋਈ ਵੀ ਜਾਣਕਾਰੀ ਤੁਹਾਡੇ ਲਈ ਨਹੀਂ, ਕੋਈ ਖਾਸ ਨਹੀਂ। ਅਗਰ ਕੋਈ ਹੋਏਗੀ ਤਾਂ ਮੈਂ ਨਾਲ ਦੀ ਨਾਲ ਦੱਸ ਦੇਵਾਂਗਾ। ਸਭ ਤੋਂ ਪਹਿਲਾਂ ਆ ਜਾਂਦਾ ਭਾਵ। ਭਾਵ ਤੁਸੀਂ ਸਮਝਦੇ ਹੋ ਕਿ ਆਪਣਾ ਜਿਹੜਾ ਮਤਲਬ ਕੀ ਹੁੰਦਾ ਹੈ ਨਾ, ਉਸ ਨੂੰ ਆਪਾਂ ਭਾਵ ਕਹਿ ਦਿੰਦੇ ਹਾਂ। ਜਿਵੇਂ ਕਿ ਇਹਦੇ ਅੰਦਰ ਵੀ ਦੱਸਿਆ ਕਿ ਗੀਤ ਆਤਮਨਿਸ਼ਟ ਰੁਚੀ ਵਾਲਾ ਹੁੰਦਾ ਹੈ। ਗੀਤ ਦੀ ਰਚਨਾ ਕਿਸੇ ਭਾਵ ਦੀ ਪ੍ਰੇਰਨਾ ਤੋਂ ਹੁੰਦੀ ਹੈ। ਭਾਵ ਗੀਤ ਦੀ ਆਤਮਾ ਹੈ, ਯਾਨੀ ਗੀਤ ਦੀ ਆਤਮਾ ਕਿਸ ਨੂੰ ਕਿਹਾ ਹੈ? ਭਾਵ ਨੂੰ ਕਿਹਾ ਹੈ। ਭਾਵ ਦਾ ਮਤਲਬ ਇਸ ਤਰੀਕੇ ਨਾਲ ਵੀ ਲੈ ਸਕਦੇ ਹੋ ਕਿ ਕੋਈ ਜਿਹੜਾ ਕਵੀ ਹੈ, ਉਹ ਜਿਹੜਾ ਗੀਤ ਲਿਖ ਰਿਹਾ ਹੈ ਜਾਂ ਫਿਰ ਗੀਤਕਾਰ ਹੈ, ਤਾਂ ਉਹ ਆਪਣੇ ਜਿਹੜੇ ਜਜ਼ਬਾਤ ਨੇ, ਆਪਣੇ ਜਿਹੜੇ ਵਿਚਾਰ ਨੇ, ਉਹਨਾਂ ਨੂੰ ਭਾਵਾਂ ਦੇ ਅੰਦਰ ਪੇਸ਼ ਕਰਦਾ ਹੈ। ਯਾਨੀ ਉਹ ਇੱਕ ਐਸੀ ਕਥਾ ਲੈ ਕੇ ਆਉਂਦਾ ਹੈ, ਐਸੀ ਇੱਕ ਸ਼ਬਦਾਵਲੀ ਲੈ ਕੇ ਆਉਂਦਾ ਹੈ ਜਿਹਦੇ ਆਪਾਂ ਮਤਲਬ ਅਨੁਸਾਰ ਸਮਝਣੇ ਹੁੰਦੇ ਨੇ। ਯਾਨੀ ਉਹਨਾਂ ਨੂੰ ਮਤਲਬ ਸੈੱਟ ਕਰਕੇ ਕਿ ਉਹ ਕਹਿਣਾ ਕੀ ਚਾਹ ਰਿਹਾ ਹੈ। ਕਹਿੰਦਾ ਜ਼ਰੂਰ ਕੋਈ ਸ਼ਬਦ ਹੈ, ਪਰ ਉਹ ਲਾਗੂ ਕਿੱਥੇ ਕਿੱਥੇ ਹੁੰਦੇ ਨੇ। ਜਿਵੇਂ ਕਿ ਆਪਾਂ ਅਖਾਣਾਂ ਦੇ ਬਾਰੇ ਕਹਿ ਦਿੰਦੇ ਹਾਂ। ਸੱਚਾ ਗੀਤ ਸਰਲ, ਖਿਣਮਈ ਤੇ ਤੀਬਰ ਮਨੋ ਵੇਗਾਂ ਦਾ ਸਿੱਟਾ ਹੁੰਦਾ ਹੈ। ਗੀਤ ਦਾ ਵਿਸ਼ੇਸ਼ ਮਨੋਦਸ਼ਾ ਵਿੱਚ ਲਿਖਿਆ ਜਾਂਦਾ ਹੈ। ਭਾਵਾਂ ਦੀ ਤੀਬਰਤਾ ਇਸ ਵਿਸ਼ੇਸ਼ ਮਨੋਦਸ਼ਾ ਦਾ ਪਹਿਚਾਣ ਚਿੰਨ੍ਹ ਹੁੰਦੀ ਹੈ। ਕੁੱਲ ਮਿਲਾ ਕੇ ਆਪਦੇ ਸਿਲੇਬਸ ਦੇ ਅਕੋਰਡਿੰਗ ਗੱਲ ਨੋਟ ਕਰਨ ਵਾਲੀ ਇਹ ਬਣਦੀ ਹੈ ਕਿ ਜਿਹੜਾ ਆਪਦੇ ਸਾਹਿਤ ਰੂਪ ਗੀਤ ਦੇ ਅੰਦਰ ਦਿੱਤਾ ਹੋਇਆ ਭਾਵ ਹੈ, ਇਹਨੂੰ ਨੋਟ ਕਰ ਲੈਣਾ। ਇਹਦਾ ਅੱਗੇ ਕੋਈ ਜਾਣਕਾਰੀ ਕੋਈ ਇੰਨੀ ਖਾਸ ਮਹੱਤਵਪੂਰਨ ਨਹੀਂ, ਕਿਉਂਕਿ ਭਾਵ ਸ਼ਬਦ ਤੋਂ ਹੀ ਪਤਾ ਚੱਲ ਜਾਂਦਾ ਹੈ
कि ਇਹਦੇ ਅੰਦਰ ਕੀ ਹੋਏਗਾ। ਸੋ ਭਾਵ ਇੱਕ ਕਵਿਤਾ ਦਾ ਤੱਤ ਹੈ, ਕਵਿਤਾ ਦੇ ਜਿਹੜੇ ਗੀਤ ਹੈ ਉਸ ਦਾ ਤੱਤ ਹੈ। ਫਿਰ ਜਿਹੜਾ ਦੂਸਰਾ ਆ ਜਾਂਦਾ ਹੈ ਤੱਤ ਆਪਣੇ ਕੋਲੇ, ਉਹ ਆ ਜਾਂਦਾ ਹੈ ਨਿਜਤਾ ਦਾ। ਨਿਜਤਾ ਨਿੱਜੀ ਜਿਹੜੀ ਹੁੰਦੀ ਹੈ ਉਸ ਦੇ ਬਾਰੇ, ਨਿੱਜੀਤਵ ਜਿਹੜਾ ਹੁੰਦਾ ਉਸ ਦੇ ਬਾਰੇ ਹੈ। ਅਸਲ ਦੇ ਅੰਦਰ ਜਿਹੜਾ ਗੀਤ ਹੈ ਉਹਦੇ ਅੰਦਰ ਕੋਈ ਜਿਹੜਾ ਕਵੀ ਕਹਿ ਲਓ, ਗੀਤਕਾਰ ਕਹਿ ਲਓ, ਕਿਉਂਕਿ ਗੀਤ ਵੀ ਕਵਿਤਾ ਦਾ ਇੱਕ ਪ੍ਰਕਾਰ ਹੈ, ਪਰ ਜਿਹੜਾ ਗੀਤਕਾਰ ਜਾਂ ਫਿਰ ਜਿਸ ਨੂੰ ਤੁਸੀਂ ਕਵੀ ਕਹਿ ਰਹੇ ਹੋ ਉਹਦਾ ਕੋਈ ਦੁੱਖ ਦਰਦ, ਉਸ ਦੇ ਕੋਈ ਮਨ ਦੇ ਅੰਦਰ ਜਿਹੜੇ ਦਰਦ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਜਾਂ ਕੋਈ ਐਸਾ ਵਾਕਿਆ ਹੁੰਦਾ ਜੋ ਆਪਣੇ ਦੂਜੇ ਸਾਥੀਆਂ ਨਾਲ, ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ, ਤਾਂ ਉਹ ਉਸ ਦਾ ਨਿੱਜੀ ਗੁਣ ਹੋ ਕੇ ਵੀ ਇਸ ਗੀਤ ਦੇ ਅੰਦਰ ਇੱਕ ਤੱਤ ਦੇ ਵਜੋਂ ਵਿਰਾਜਮਾਨ ਰਹਿੰਦਾ ਹੈ। ਤਾਂ ਇਸ ਤਰੀਕੇ ਨਾਲ ਆਪਾਂ ਕਹੀਏ ਕਿ ਜਿਹੜੀ ਨਿਜਤਾ ਦਾ ਜਿਹੜਾ ਤੱਤ ਹੈ ਉਹ ਵੀ ਗੀਤ ਦੇ ਅੰਦਰ ਵਿਰਾਜਮਾਨ ਹੁੰਦਾ ਹੈ। ਸੋ ਤੁਸੀਂ ਅੱਗੇ ਕੋਈ ਵੀ ਪੈਰੇ ਦੇ ਬਾਰੇ ਜ਼ਿਆਦਾ ਨੋਟ ਕਰਨ ਵਾਲੀ ਕੋਈ ਗੱਲ ਨਹੀਂ, ਸਿਰਫ ਨਿਜਤਾ ਸ਼ਬਦ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਨਿਜਤਾ ਕੀ ਹੈ। ਤਾਂ ਇਹ ਇੱਕ ਗੀਤ ਦਾ ਤੱਤ ਹੈ, ਇਸ ਤਰੀਕੇ ਨਾਲ ਇਸ ਨੂੰ ਨੋਟ ਕਰ ਲੈਣਾ। ਤੀਜਾ ਆ ਜਾਂਦਾ ਸੰਖੇਪਤਾ। ਦੇਖੋ ਗੀਤ ਦਾ ਮਤਲਬ ਇਹ ਨਹੀਂ ਕਿ 10 ਪੇਜਾਂ ਦੇ ਅੰਦਰ ਕੋਈ ਕਿਰਤ ਆ ਗਈ ਹੈ ਜਾਂ ਬਹੁਤ ਲੰਬੀ ਚੌੜੀ ਹੈ ਜਾਂ ਫਿਰ ਇਸ ਦੇ ਅੰਦਰ ਕੋਈ ਭਾਸ਼ਣਬਾਜ਼ੀ ਹੈ ਨਾ। ਗੀਤ ਦੇ ਅੰਦਰ ਐਸਾ ਕੁਝ ਵੀ ਨਹੀਂ ਹੁੰਦਾ, ਬਿਲਕੁਲ ਸੰਖੇਪ ਤੇ ਸਰਲ ਆਪਾਂ ਨੂੰ ਇੱਕ ਰਚਨਾ ਮਿਲਦੀ ਹੈ ਜਿਹਦੇ ਰਾਹੀਂ ਬਹੁਤ ਥੋੜ੍ਹੇ ਜਿਹੇ ਸਮੇਂ ਦੇ ਅੰਦਰ ਹੀ ਬਹੁਤ ਵੱਡੇ ਵੱਡੇ ਭਾਵ ਪੈਦਾ ਕਰਨ ਦੇ ਜਿਹੜੇ ਮੈਸੇਜ ਨੇ ਉਹ ਦੇ ਦਿੱਤੇ ਜਾਂਦੇ ਨੇ। ਹਾਲਾਂਕਿ ਕਈ ਲੰਬੇ ਗੀਤ ਦੇਖਣ ਨੂੰ ਵੀ ਮਿਲਦੇ ਨੇ, ਪਰ ਐਸਾ ਨਹੀਂ ਹੈ ਕਿ ਆਪਾਂ ਉਹਨਾਂ ਨੂੰ ਇਸ ਸਾਹਿਤ ਵਿਧਾ ਦੇ ਅੰਦਰ ਲਿਆ ਕੇ ਕੋਈ ਅਕਾਊ ਪੁਣੇ ਦੇ ਨਜ਼ਰੀਏ ਤੋਂ ਤੱਕਦੇ ਹਾਂ। ਸੋ ਸੰਖੇਪਤਾ ਹੈ ਜਿਹੜਾ ਉਹ ਗੀਤ ਦਾ ਇੱਕ ਹੋਰ ਜ਼ਰੂਰੀ ਤੱਤ ਆ ਜਾਂਦਾ ਹੈ। ਦੇਖੋ ਇੱਕ ਜ਼ਰੂਰੀ ਤੱਤ ਸੰਗੀਤਾਤਮਕਤਾ ਆ ਜਾਂਦਾ ਹੈ। ਦੇਖੋ ਗੀਤ ਸੰਗੀਤਾਤਮਕਤਾ ਤੋਂ ਬਿਨਾਂ ਸਮਝੋ ਕਿ ਹੈ ਹੀ ਨਹੀਂ ਹੈ। ਗੀਤ ਹੈ ਜੋ ਸੰਗੀਤਾਤਮਕਤਾ ਤੋਂ ਬਿਨਾਂ ਹੈ ਹੀ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਆਪਾਂ ਗੀਤ ਇੱਕ ਜਿਹੜੀਆਂ ਮਿੱਠੀਆਂ ਧੁਨੀਆਂ ਹੁੰਦੀਆਂ ਨੇ ਉਹਨਾਂ ਦਾ ਆਨੰਦ ਮਾਣਨ ਦੇ ਲਈ ਹੀ ਗੀਤ ਨੂੰ ਆਪਾਂ ਸੁਣਦੇ ਹਾਂ, ਜਾਂ ਫਿਰ ਕੋਈ ਗੀਤਕਾਰ ਉਸ ਦੀ ਰਚਨਾ ਐਸੇ ਉਦੇਸ਼ ਦੀ ਪੂਰਤੀ ਦੇ ਲਈ ਕਰਦਾ ਹੈ। ਤਾਂ ਸੰਗੀਤਮਕਤਾ ਦੇ ਗੀਤ ਇੱਕ ਗੁੜਤੀ ਦੇ ਅੰਦਰ ਮਿਲੀ ਹੋਈ ਕਹਿ ਸਕਦੇ ਹਾਂ। ਤਾਂ ਕੁੱਲ ਮਿਲਾ ਕੇ ਇਹ ਕਹੀਏ ਕਿ ਜਿਹੜੀਆਂ ਸੁਰਾਂ ਹੁੰਦੀਆਂ ਨੇ, ਮਿੱਠੀਆਂ ਸੁਰਾਂ ਹੁੰਦੀਆਂ ਨੇ, ਉਹ ਕਵਿਤਾ ਦੇ ਅੰਦਰ ਇਸ ਸੰਗੀਤ ਦੀ ਲੈਅ ਨੂੰ ਪੈਦਾ ਕਰਦੀਆਂ ਨੇ, ਅਤੇ ਇਹ ਸੰਗੀਤ ਹੀ ਕਵਿਤਾ ਦੇ ਇੱਕ ਜਿਹੜਾ ਰੂਪ ਹੈ ਜਿਸ ਨੂੰ ਆਪਾਂ ਗੀਤ ਕਹਿ ਰਹੇ ਹਾਂ ਉਸ ਦਾ ਇੱਕ ਜ਼ਰੂਰੀ ਤੱਤ ਬਣ ਕੇ ਵਿਚਰਦਾ ਹੈ। ਸੋ ਜਿਹੜਾ ਚੌਥਾ ਆਪਣੇ ਕੋਲੇ ਇਹ ਆ ਜਾਂਦਾ ਹੈ ਸੰਗੀਤਾਤਮਕਤਾ, ਜਿਹੜਾ ਸੰਗੀਤ ਆ ਜਾਂਦਾ ਹੈ, ਇਹ ਗੀਤ ਦਾ ਇੱਕ ਹੋਰ ਜ਼ਰੂਰੀ ਤੱਤ ਬਣਦਾ ਹੈ। ਫਿਰ ਇਸ ਤੋਂ ਬਾਅਦ 'ਚ ਜਿਹੜਾ ਆਪਣੇ ਕੋਲੇ ਜ਼ਰੂਰੀ ਤੱਤ ਆ ਜਾਂਦੇ ਨੇ ਉਹਨਾਂ ਦੇ ਅੰਦਰ ਭਾਵ ਏਕਤਾ। ਤੁਸੀਂ ਸਿਰਫ ਇਹਨਾਂ ਦੇ ਨਾਮ ਨੋਟ ਕਰ ਲੈਣਾ ਐਗਜ਼ਾਮ ਦੇ ਨਜ਼ਰੀਏ ਤੋਂ। ਫਿਰ ਆ ਜਾਂਦਾ ਭਾਵ ਏਕਤਾ। ਭਾਵ ਮਤਲਬ ਕਿ ਗੀਤਕਾਰ ਆਪਣੇ ਗੀਤ ਦੇ ਅੰਦਰ ਜੋ ਕੁਝ ਵੀ ਪੇਸ਼ ਕਰਦਾ ਹੈ, ਬਿਆਨਗੀ ਹੁੰਦੀ ਹੈ, ਤਾਂ ਉਹਦੇ ਪ੍ਰਭਾਵ ਦੇ ਕਾਰਨ ਸੁਣਨ ਵਾਲਾ ਦੇ ਉੱਪਰ ਕੀ ਅਸਰ ਹੁੰਦਾ ਹੈ। ਆਪਣਾ ਯਾਨੀ ਕਵੀ ਜਿਹੜਾ ਗੀਤਕਾਰ ਹੈ ਉਹ ਜਿਹੜਾ ਮੈਸੇਜ ਗੀਤ ਦੇ ਅੰਦਰ ਲੈ ਕੇ ਆਉਂਦਾ ਹੈ ਉਹਦਾ ਅਸਰ ਉਸ ਦੇ ਦਰਸ਼ਕਾਂ 'ਤੇ, ਉਸ ਦੇ ਪਾਠਕਾਂ 'ਤੇ ਕਿੰਨਾ ਕੁ ਪੈਂਦਾ ਹੈ। ਜੇਕਰ ਪੜ੍ਹ ਰਹੇ ਨੇ ਤੇ ਪਾਠਕ ਨੇ, ਸੁਣ ਰਹੇ ਨੇ ਤੇ ਸਰੋਤਾ ਨੇ, ਤਾਂ ਉਹਨਾਂ ਦੇ ਉੱਪਰ ਕਿੰਨਾ ਅਸਰ ਪੈਂਦਾ ਅਤੇ ਉਹ ਉਸ ਨਾਲ ਕਿੰਨੇ ਕੁ ਵੱਧ ਜਾਂਦੇ ਨੇ। ਬਸ ਇਹੀ ਭਾਵ ਏਕਤਾ ਹੈ। ਤਾਂ ਕੁੱਲ ਮਿਲਾ ਕੇ ਕਹੀਏ ਕਿ ਗੀਤ ਦਾ ਇੱਕ ਹੋਰ ਜ਼ਰੂਰੀ ਤੱਤ ਭਾਵ ਏਕਤਾ ਲਿਆ ਜਾਂਦਾ ਹੈ। ਤੁਸੀਂ ਸਿਰਫ ਇਹਨਾਂ ਦੇ ਨਾਮ ਨੋਟ ਕਰਨਾ, ਨਾਮ ਤੋਂ ਰਿਲੇਟਡ ਬਿਲਕੁਲ ਸੰਭਾਵਨਾ ਬਣਦੀ ਹੈ ਕਿ ਇੱਦਾਂ ਦਾ ਪ੍ਰਸ਼ਨ ਬਣ ਸਕਦਾ ਹੈ ਕਿ ਕਿਹੜਾ ਹੇਠ ਲਿਖਿਆ ਦੇ ਅੰਦਰੋਂ ਗੀਤ ਦਾ ਜ਼ਰੂਰੀ ਤੱਤ ਨਹੀਂ ਮੰਨਿਆ ਜਾ ਸਕਦਾ। ਤਾਂ ਇਸ ਪ੍ਰਕਾਰ ਨਾਲ ਪ੍ਰਸ਼ਨ ਪੁੱਛੇ ਜਾ ਸਕਦੇ ਨੇ, ਜਾਂ ਫਿਰ ਕਿਹੜਾ ਇਹਨਾਂ ਦੇ ਅੰਦਰੋਂ ਗੀਤ ਦਾ ਜ਼ਰੂਰੀ ਤੱਤ ਹੈ। ਫਿਰ ਅਗਲਾ ਜਿਹੜਾ ਆ ਜਾਂਦਾ ਹੈ ਸਾਥੀਓ, ਉਹ ਆ ਜਾਂਦਾ ਹੈ ਆਪਣੇ ਕੋਲੇ ਸਹਿਜ ਅੰਤਰ ਪ੍ਰੇਰਨਾ ਅਤੇ ਸੁਭਾਵਿਕ ਪ੍ਰਗਟਾਵਾ। ਦੇਖੋ ਸਹਿਜ ਅੰਤਰ ਪ੍ਰੇਰਨਾ ਯਾਨੀ ਬੜੇ ਹੀ ਸੌਖੇ ਤਰੀਕੇ ਨਾਲ ਸਾਡੀ ਆਤਮਾ ਨੂੰ, ਇਹ ਆਤਮਾ ਦੇ ਉੱਪਰ ਅਸਰ ਪਾਉਣ ਵਾਲਾ ਹੁੰਦਾ ਹੈ ਗੀਤ। ਅਤੇ ਦੂਜਾ ਇਹਦਾ ਜਿਹੜੀ ਪੇਸ਼ਕਾਰੀ ਹੈ ਬੜੀ ਨੋਰਮਲ ਹੁੰਦੀ ਹੈ, ਕੋਈ ਡਿਫੀਕਲਟ ਵਰਡਿੰਗ ਨਹੀਂ ਹੁੰਦੀ, ਜਾਂ ਇਉਂ ਕਹੋ ਕਿ ਕਿਤੇ ਉਲਝਾ ਦਾਇਰੇ ਜਾਂ ਗੁੰਝਲਦਾਰ ਕੋਈ ਵੀ ਇਸ ਦੇ ਅੰਦਰ ਰਵਾਇਤ ਨਹੀਂ ਰਹਿੰਦੀ।
ਸੋ ਜਦੋਂ ਆਪਾਂ ਗੀਤ ਸੁਣਦੇ ਹਾਂ ਉਹਦੀਆਂ ਕੈਸੀਆਂ ਹੀ ਧੁਨਾਂ ਹੋਣ ਆਪਾਂ ਨੂੰ ਉਹ ਚੰਗੀਆਂ ਲੱਗਦੀਆਂ ਨੇ। ਇਹ ਇਸੇ ਜਿਹੜਾ ਜ਼ਰੂਰੀ ਤੱਤ ਹੈ ਇਸ ਕਾਰਨ ਹੀ ਸੰਭਵ ਹੋ ਪਾਉਂਦਾ ਹੈ। ਤਾਂ ਤੁਸੀਂ ਕੁੱਲ ਮਿਲਾ ਕੇ ਇਹ ਜਿਹੜੇ 6 ਆਪਾਂ ਗੱਲ ਕੀਤੀ ਹੈ ਇਹਨਾਂ ਨੂੰ ਨੋਟ ਕਰ ਲੈਣਾ। ਫਿਰ ਇਸ ਤੋਂ ਬਾਅਦ 'ਚ ਅੱਗੇ ਇੱਕ ਹੋਰ ਜ਼ਰੂਰੀ ਤੱਤ ਜਿਹੜਾ ਆ ਜਾਂਦਾ ਹੈ ਉਹ ਆ ਜਾਂਦਾ ਹੈ ਸੰਰਚਨਾ, ਸ਼ੈਲੀ ਤੇ ਵਿਸ਼ਾ। ਤਿੰਨ ਗੱਲਾਂ ਇੱਕ ਦੇ ਅੰਦਰ ਹੀ ਜੋੜ ਦਿੱਤੀਆਂ, ਸੰਰਚਨਾ, ਸ਼ੈਲੀ ਤੇ ਵਿਸ਼ਾ। ਦੇਖੋ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਕੋਈ ਗੀਤ ਹੈ ਜਿਹੜੀ ਉਸਦੀ ਸ਼ੈਲੀ ਕੈਸੀ ਹੈ, ਉਹਦਾ ਵਿਸ਼ਾ ਕੀ ਹੈ, ਉਹਦੀ ਜਿਹੜੀ ਸੰਰਚਨਾ ਹੈ ਉਹ ਕਿਵੇਂ ਹੋਈ ਹੈ। ਹੁਣ ਇੱਥੇ ਇੱਕ ਇੰਪੋਰਟੈਂਟ ਇਹ ਆ ਜਾਂਦਾ ਹੈ ਕਿ ਇੱਕ ਵਿਦਵਾਨ ਨੇ ਜਿਹੜੇ ਵਰਡਜ਼ਵਰਥ, ਉਹਨਾਂ ਨੇ ਇਸ ਦੇ ਬਾਰੇ ਕੀ ਕਿਹਾ। ਉਹ ਕਹਿੰਦੇ ਨੇ ਕਿ ਛੋਟੀ ਤੋਂ ਛੋਟੀ ਚੀਜ਼ ਤੋਂ ਕਵੀ ਦੇ ਮਨ ਵਿੱਚ ਗੰਭੀਰ ਭਾਵ ਉਤੇਜਿਤ ਹੋ ਜਾਂਦੇ ਨੇ। ਬਸ ਇਹੀ ਆਪਾਂ ਗੀਤ ਕਹਿ ਸਕਦੇ ਹਾਂ। ਤਾਂ ਇਹ ਵਰਡਜ਼ਵਰਥ ਨੂੰ ਬਿਲਕੁਲ ਨੋਟ ਕਰ ਲੈਣਾ ਆਪਣੀ ਨੋਟਬੁੱਕ ਦੇ ਅੰਦਰ। ਇਹਦੇ ਅੰਦਰੋਂ ਪ੍ਰਸ਼ਨ ਬਿਲਕੁਲ ਬਣ ਸਕਦਾ ਹੈ। ਅਤੇ ਇਸ ਤੋਂ ਇਲਾਵਾ ਜੋ ਵੀ ਤੁਹਾਨੂੰ ਦੱਸੇ ਉਹ ਸਿਰਫ ਇਸ ਦੀਆਂ ਹੈਡਿੰਗਾਂ ਨੇ, ਇਸ ਦੇ ਨਾਮ ਨੇ। ਅਗਰ ਐਗਜ਼ਾਮ ਦੇ ਅੰਦਰ ਕੋਈ ਪ੍ਰਸ਼ਨ ਇੱਦਾਂ ਦਾ ਬਣਦਾ ਹੈ ਤਾਂ ਇਹਨਾਂ ਦੇ ਅੰਦਰੋਂ ਹੀ ਘੁਮਾ ਫਿਰਾ ਕੇ ਕੋਈ ਪ੍ਰਸ਼ਨ ਬਣਨ ਦੀ ਸੰਭਾਵਨਾ ਹੋਏਗੀ। ਸੋ ਇੱਕ ਵਾਰ ਫਿਰ ਆਪਾਂ ਇਸ ਦਾ ਹੁਣ ਰਿਵੀਜ਼ਨ ਦੇ ਤੌਰ 'ਤੇ ਦੇਖਾਂਗੇ ਕਿ ਜਿਹੜਾ ਗੀਤ ਹੈ ਉਸ ਦੇ ਇੰਪੋਰਟੈਂਟ ਤੱਤ ਕਿਹੜੇ ਨੇ। ਇੱਕ ਤਾਂ ਆ ਜਾਏਗਾ ਸੰਰਚਨਾ, ਸ਼ੈਲੀ ਤੇ ਵਿਸ਼ਾ। ਇਹਦੇ ਅੰਦਰ ਵਰਡਜ਼ਵਰਥ ਨੂੰ ਬਿਲਕੁਲ ਨੋਟ ਕਰਕੇ ਆ ਜਿਹੜੀ ਡੈਫੀਨੇਸ਼ਨ ਆ ਉਹ ਨੋਟ ਕਰ ਲੈਣਾ। ਇੱਕ ਆਪਾਂ ਇਸ ਦੇ ਅੰਦਰ ਪੜ੍ਹਿਆ ਸੀ ਸਹਿਜ ਅੰਤਰ ਪ੍ਰੇਰਨਾ ਅਤੇ ਸੁਭਾਵਿਕ ਪ੍ਰਗਟਾਵਾ। ਫਿਰ ਇੱਕ ਹੋਰ ਤੱਤ ਸੀ ਜਿਹੜਾ ਗੀਤ ਦਾ, ਉਹ ਸੀ ਭਾਵ ਏਕਤਾ। ਇਸ ਤੋਂ ਇਲਾਵਾ ਜਿਹੜਾ ਤੱਤਾਂ ਦੇ ਅੰਦਰ ਆ ਜਾਂਦਾ ਸੰਗੀਤਾਤਮਕਤਾ, ਬਿਲਕੁਲ ਨਹੀਂ ਤੁਸੀਂ ਭੁੱਲ ਸਕਦੇ। ਸੰਖੇਪਤਾ ਨੂੰ ਬਿਲਕੁਲ ਨਹੀਂ ਛੱਡ ਸਕਦੇ। ਨਿੱਜਤਾ ਇੱਕ ਹੋਰ ਜ਼ਰੂਰੀ ਗੀਤ ਦਾ ਤੱਤ ਹੈ। ਅਤੇ ਇਸ ਤੋਂ ਇਲਾਵਾ ਇੰਪੋਰਟੈਂਟ ਤੱਤ ਦੇ ਅੰਦਰ ਜਿਹੜਾ ਆ ਜਾਂਦਾ ਹੈ ਉਹ ਆ ਜਾਂਦਾ ਹੈ ਭਾਵ। ਇਹਨਾਂ ਨੂੰ ਨੋਟ ਕਰ ਲੈਣਾ। ਐਗਜ਼ਾਮ ਦੇ ਅੰਦਰ ਜੇਕਰ ਇਸ ਤਰੀਕੇ ਨਾਲ ਇਸ ਟੌਪਿਕ ਨੂੰ ਤੁਸੀਂ ਪੜ੍ਹੋਗੇ, ਸਮਝੋਗੇ ਐਗਜ਼ਾਮ ਦੇ ਲਈ, ਤਾਂ ਫਿਰ ਸਮਝੋ ਕਿ ਪ੍ਰਸ਼ਨ ਇਸ ਤੋਂ ਬਾਹਰ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ। ਜਾਂ ਇਉਂ ਕਹੀਏ ਕਿ ਅਗਰ ਇਸ ਗੀਤ ਟੌਪਿਕ ਤੋਂ ਰਿਲੇਟਡ ਕੋਈ ਪ੍ਰਸ਼ਨ ਆਏਗਾ ਤਾਂ ਇਹਨਾਂ ਦੇ ਆਲੇ ਦੁਆਲੇ ਰਹੇਗਾ, ਜਿਸ ਦੇ ਬਾਰੇ ਤੁਹਾਨੂੰ ਜਾਣਕਾਰੀ ਹੋ ਜਾਏਗੀ। ਫਿਰ ਜਿਹੜਾ ਆਪਾਂ 2 ਗੱਲਾਂ ਹੋਰ ਦੇਖੀਆਂ ਸੀ ਉਹ ਇਹ ਸੀ ਕਿ ਇੱਕ ਤਾਂ ਆਪਾਂ ਗੀਤ ਹੈ ਜੋ ਉਸ ਦੀਆਂ ਪਰਿਭਾਸ਼ਾਵਾਂ ਦੇਖੀਆਂ ਸੀ। ਤਾਂ ਗੀਤ ਦੀਆਂ ਪਰਿਭਾਸ਼ਾ 2 ਪੜ੍ਹੀਆਂ ਸੀ। ਤਾਂ ਇੱਕ ਆਪਾਂ ਪੜ੍ਹੀ ਸੀ ਰਵਿੰਦਰਨਾਥ ਟੈਗੋਰ ਦੀ ਅਤੇ ਦੂਜੀ ਹੈਗਲ ਦੀ। ਦੋਨਾਂ ਨੂੰ ਨੋਟ ਕਰ ਲੈਣਾ। ਰਵਿੰਦਰਨਾਥ ਟੈਗੋਰ ਨੇ ਕਿਹਾ ਸੀਗਾ ਮਨ ਵਿੱਚ ਜਦੋਂ ਇੱਕ ਵੇਗ ਭਰੇ ਅਨੁਭਵ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਗੀਤ ਵਿੱਚ ਪ੍ਰਗਟਾਏ ਬਿਨਾਂ ਨਹੀਂ ਰਿਹਾ ਜਾ ਸਕਦਾ। ਹੈਗਲ ਨੇ ਕਿਹਾ ਸੀ ਗੀਤ ਵਿੱਚ ਕਵੀ ਬਾਹਰੀ ਤੱਤਾਂ ਨੂੰ ਆਪਣੇ ਵਿੱਚ ਸਮੇਟ ਕੇ ਉਹਨਾਂ ਨੂੰ ਸਵੈ ਦੇ ਰੰਗ ਵਿੱਚ ਰੰਗਦਾ ਅਤੇ ਫਿਰ ਕਾਵਿ ਰਚਨਾ ਕਰਦਾ ਹੈ। ਇਸ ਤੋਂ ਇਲਾਵਾ ਇੱਕ ਜ਼ਰੂਰੀ ਗੱਲ ਇਹ ਸੀ ਕਿ ਗੀਤ ਕਾਵਿ ਦਾ ਜਨਮ ਸੰਗੀਤ ਯੰਤਰ ਲਾਇਰ ਨਾਲ ਗਾਏ ਜਾਣ ਲਈ ਹੋਇਆ। ਅਤੇ ਇਸ ਤੋਂ ਇਲਾਵਾ ਸੀ ਗੀਤ ਦਾ ਅਰਥ। ਇਹ ਘੁਮਾ ਫਿਰਾ ਕੇ ਕਿਵੇਂ ਵੀ ਪੁੱਛਿਆ ਜਾ ਸਕਦਾ ਹੈ। ਸੋ ਅੱਜ ਦੀ ਕਲਾਸ ਦੇ ਅੰਦਰ ਗੀਤ ਟੌਪਿਕ ਨੂੰ ਆਪਾਂ ਸਮਝਿਆ। ਇਸ ਦੇ ਨਾਲ ਜੁੜੇ ਹੋਏ ਕਿਹੜੀਆਂ ਇੰਪੋਰਟੈਂਟ ਪ੍ਰਸ਼ਨ ਲਏ ਜਾ ਸਕਦੇ ਨੇ ਉਹ ਦੇਖੇ। ਮੈਨੂੰ ਆਸ ਹੈ ਕਿ ਇਸ ਤਰੀਕੇ ਨਾਲ ਪੜ੍ਹਨ ਤੋਂ ਬਾਅਦ ਆਪ ਨੂੰ ਇਸ ਗੀਤ ਨਾਮਕ ਟੌਪਿਕ ਦੇ ਅੰਦਰੋਂ ਕੋਈ ਹੋਰ ਗੁੰਜਾਇਸ਼ ਨਹੀਂ ਬਚੇਗੀ ਕਿ ਪ੍ਰਸ਼ਨ ਕੋਈ ਸੰਭਾਵਿਤ ਬਣਦਾ ਹੋਵੇ ਜੋ ਦੱਸੀਆਂ ਹੋਈਆਂ ਕਿਤਾਬਾਂ ਅਤੇ ਸਿਲੇਬਸ ਦੇ ਅਨੁਸਾਰ ਹੈ। ਐਸੇ ਆਸ ਦੇ ਨਾਲ ਕਿ ਲਗਾਤਾਰ ਮਿਹਨਤ ਜਾਰੀ ਰੱਖੋ, ਕਾਮਯਾਬੀ ਜਲਦ ਮਿਲੇਗੀ। ਅਤੇ ਚੈਨਲ 'ਤੇ ਬਣੇ ਰਹਿਣਾ। ਮੈਂ ਆਪ ਦੇ ਲਈ ਹਰ ਰੋਜ਼ ਰੀਟ ਮੇਨ ਐਗਜ਼ਾਮ ਪੰਜਾਬੀ ਦੇ ਲਈ ਮੈਟਰ ਲੈ ਕੇ ਆਉਂਦਾ ਰਹਾਂਗਾ। ਅਤੇ ਨਾਲ ਹੀ ਨਾਲ ਆਪ ਨੂੰ ਜਲਦ ਹੀ ਓਬਜੈਕਟਿਵ ਟਾਈਪ ਕੁਐਸਚਨਾਂ ਦੀ ਇਹ ਪ੍ਰੈਕਟਿਸ ਵੀ ਸ਼ੁਰੂ ਕਰਵਾ ਦਿਆਂਗਾ। ਸੋ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹੋਰ ਵੀ ਸਾਥੀ ਆ ਕੇ ਇੱਥੇ ਆਪਣੀ ਤਿਆਰੀ ਕਰ ਸਕਣ। ਮਿਹਨਤ ਜਾਰੀ ਰੱਖਣਾ। ਮਿਲਦੇ ਹਾਂ ਅਗਲੀ ਕਲਾਸ ਦੇ ਅੰਦਰ।